ਔਰ ਸ਼ੱਕੀ ਪੇਸ਼ੈਂਟ ਨੂੰ ਬਿਨਾਂ ਕਿਸੇ ਟੈਸਟ ਤੋਂ ਕੋਵਿਡ-19 ਦਾ ਟੈਸਟ ਨਹੀਂ ਕੀਤਾ, ਸਿਰਫ ਸ਼ੱਕੀ ਸਮਝ ਕੇ ਇਹਨਾਂ ਨੇ 2 ਦਿਨ ਤੱਕ ਕਰੋਨਾ ਵਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ। ਤੋ ਇਹ ਇਹਨਾਂ ਦੀ ਜਿਹੜੀ ਸਿਵਲ ਹਸਪੀਟਲ ਦੀ ਬਹੁਤ ਬਲੰਡਰ ਮਿਸਟੇਕ ਆ, ਬਹੁਤ ਵੱਡੀ ਇੱਕ ਗਲਤੀ ਹੋਈ ਆ, ਜਿਹਦੇ ਨਾਲ ਇੱਕ ਕੀਮਤੀ ਜਾਨ ਜਿਹੜੀ ਆ ਚਲੀ ਗਈ ਆ। ਪ੍ਰੋਪਰ ਜਿਹੜੀ ਆ ਉਹ ਕਾਰਵਾਈ ਦੀ ਮੰਗ ਕਰਾਂਗੇ, ਕਿਉਂਕਿ ਅਸੀਂ ਜਾਂਚ ਦੀ ਮੰਗ ਨਹੀਂ ਕਰਾਂਗੇ, ਕਿਉਂਕਿ ਇਹ ਜਾਂਚ ਦੇ ਨਾਮ ਦੇ ਉੱਤੇ ਠੰਡੇ ਬਸਤੇ ਦੇ ਵਿੱਚ ਪਾਉਣ ਵਾਲਾ ਕੰਮ ਜਿਹੜਾ ਆ ਉਹ ਸਾਨੂੰ ਮਨਜ਼ੂਰ ਨਹੀਂ ਹੋਏਗਾ। ਸਾਨੂੰ ਆਈਸੋਲੇਸ਼ਨ ਵਾਰਡ 'ਚ ਪਾਤਾ ਪਾਪਾ ਨੂੰ ਕੋਵਿਡ ਸੈਂਟਰ 'ਚ, ਜਦ ਕਿ ਬਗੈਰ ਸੈਂਪਲਿੰਗ, ਚਾਹੇ ਸਸਪੈਕਟਡ ਕੇਸ ਵੀ ਆ, ਬਗੈਰ ਸੈਂਪਲ ਤੋਂ ਇਹਨਾਂ ਦਾ ਪ੍ਰੋਟੋਕਾਲ ਹੈ, ਅੰਦਰ ਨਹੀਂ ਪਾ ਸਕਦੇ। ਫਗਵਾੜਾ ਦਾ ਸਿਵਲ ਹਸਪਤਾਲ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਜਦੋਂ ਇੱਥੇ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਗਾਏ। ਮ੍ਰਿਤਕ ਮੁਹੱਲਾ ਗੋਬਿੰਦਪੁਰਾ ਦਾ ਰਹਿਣ ਵਾਲਾ ਸੀ। ਇਸ ਮੌਕੇ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਖੰਘ ਦੀ ਸਮੱਸਿਆ ਸੀ, ਇਸ ਲਈ ਉਹ ਪਹਿਲਾਂ ਗਾਂਧੀ ਹਸਪਤਾਲ ਲੈ ਕੇ ਗਏ, ਜਿੱਥੇ ਉਹਨਾਂ ਕਰੋਨਾ ਟੈਸਟ ਕਰਾਉਣ ਲਈ ਗਿਆ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਫਗਵਾੜਾ ਕਰੋਨਾ ਦਾ ਟੈਸਟ ਕਰਵਾਉਣ ਆਏ। ਪਰ ਇੱਥੇ ਡਾਕਟਰਾਂ ਵੱਲੋਂ ਕੋਈ ਟੈਸਟ ਕੀਤੇ ਬਿਨਾਂ ਹੀ ਮਰੀਜ਼ ਨੂੰ ਕਰੋਨਾ ਪੋਜ਼ਿਟਿਵ ਘੋਸ਼ਿਤ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇੰਜੈਕਸ਼ਨ ਲਗਾਉਣ ਨਾਲ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਉਹਨਾਂ ਵੱਲੋਂ ਜਲੰਧਰ ਹਸਪਤਾਲ ਵੀ ਲਿਜਾਇਆ ਗਿਆ, ਜਿਨ੍ਹਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਜੀ ਦਿਲੀਪ ਕੁਮਾਰ। ਹਾਂਜੀ ਦਿਲੀਪ ਕੁਮਾਰ। ਦਿਲੀਪ ਕੁਮਾਰ ਜੀ, ਕੀ ਗੱਲ ਹੋ ਗਈ ਆ? ਤੁਹਾਡੇ ਡੈਡੀ ਦੀ ਡੈਥ ਕਿੱਦਾਂ ਹੋਈ? ਸਰ ਇੱਦਾਂ ਹੋਈ ਸੀ ਕਿ ਮੇਰੇ ਡੈਡੀ ਨੂੰ ਨਾ ਖੰਘ ਰੇਸ਼ਾ ਸੀਗੀ ਬਹੁਤ ਜ਼ਿਆਦਾ। ਅਸੀਂ ਗਾਂਧੀ ਹਸਪੀਟਲ ਲੈ ਕੇ ਗਏ ਤਾਂ ਉਹ ਕਹਿੰਦੇ ਜੀ ਕੋਵਿਡ ਹੋ ਸਕਦਾ, ਤੁਸੀਂ ਕੋਵਿਡ ਟੈਸਟ ਕਰਾ ਕੇ ਆਓ, ਇਹਨਾਂ ਕੋਵਿਡ ਦੇ ਚਾਂਸਸ ਜ਼ਿਆਦਾ ਲੱਗਦੇ। ਅਸੀਂ ਕੋਵਿਡ ਕਰਵਾਉਣਾ ਹੈ ਤੇ ਇਹ ਕਹਿੰਦੇ ਕਿ ਜੀ ਤੁਹਾਨੂੰ ਕਰੋਨਾ ਆ ਤੇ ਤੁਹਾਡੇ ਟੈਸਟ ਕਰਿਆ ਜਾਊਗਾ। ਤੁਸੀਂ ਸਾਨੂੰ ਆਈਸੋਲੇਸ਼ਨ ਵਾਰਡ 'ਚ ਪਾਤਾ ਪਾਪਾ ਨੂੰ ਕੋਵਿਡ ਸੈਂਟਰ 'ਚ, ਜਦ ਕਿ ਬਗੈਰ ਸੈਂਪਲਿੰਗ, ਚਾਹੇ ਸਸਪੈਕਟਡ ਕੇਸ ਵੀ ਆ, ਬਗੈਰ ਸੈਂਪਲ ਤੋਂ ਇਹਨਾਂ ਦਾ ਪ੍ਰੋਟੋਕਾਲ ਹੈ, ਅੰਦਰ ਨਹੀਂ ਪਾ ਸਕਦੇ। ਠੀਕ ਹੈ, ਪਾਉਣ ਤੋਂ ਬਾਅਦ ਇਹਨਾਂ ਦੀ ਅਸੀਂ ਸੋਚਿਆ ਕਿ ਤੁਹਾਨੂੰ ਕਦੋਂ ਕਿੱਦਾਂ ਪਤਾ ਲੱਗਾ ਵੀ ਸੈਂਪਲਿੰਗ ਨਹੀਂ ਹੋਏਗੀ? ਮੈਂ ਅੰਦਰ ਹੀ ਸੀ ਸਰ 3 ਦਿਨ। ਅੱਛਾ, ਨਹੀਂ ਕੀਤੀ। ਕਦੋਂ ਦੀ ਗੱਲ ਹੈ ਇਹ? 3 ਦਿਨ ਪਹਿਲਾਂ ਦੀ ਸਰ, ਅੱਜ ਤੋਂ 3 ਅੱਛਾ, ਮਤਲਬ ਤੁਸੀਂ ਅੰਦਰੇ ਰਹੇ, ਸੈਂਪਲਿੰਗ ਹੋਈ ਨਹੀਂ? ਕੋਈ ਨਹੀਂ, ਓਕੇ। ਮੈਂ ਅੰਦਰ ਹੀ ਰਿਹਾ। ਰਜਿਸਟਰ ਤੇ ਇਹਨਾਂ ਦੇ ਲਿਖਿਆ ਫਾਈਲ ਤੇ CBC RFT LFT RT-PCR ਤੇ ਰੈਪਿਡ, ਜਦ ਕਿ ਕੋਈ ਟੈਸਟ ਨਹੀਂ ਹੋਇਆ। ਸਿਰਫ ਇਹਨਾਂ ਦੇ ਇੱਕ ਪਤਾ ਨਹੀਂ 2 ਬਲੱਡ ਟੈਸਟ ਹੋਇਆ, ਡ੍ਰੌਪਰ ਤੇ ਇੱਕ ਸੀਗਾ ਦੂਸਰਾ CRP, ਇਹ ਹੋਇਆ। ਉਹ ਫਾਈਲ 'ਚ ਲੱਗੀ ਹੈ ਰਿਪੋਰਟ, ਉਹਦੇ ਬੇਸ ਤੇ ਇਹਨਾਂ ਨੂੰ ਕਰੋਨਾ ਪੋਜ਼ਿਟਿਵ ਕੱਢ ਦਿੱਤਾ ਤੇ ਜਿਹਦੇ ਕਰਕੇ ਟੀਕਾ ਲਾਉਣ ਕਰਕੇ ਮੇਰੇ ਪਾਪਾ ਦੀ ਆਕਸੀਜਨ ਘਟ ਗਈ ਤੇ ਫਿਰ ਉਹਨਾਂ ਨੂੰ ਮੈਂ ਅੱਜ ਆਪ ਰੈਫਰ ਕਰਾ ਕੇ ਜਲੰਧਰ ਲੈ ਕੇ ਗਿਆ। ਜਲੰਧਰ ਪਿਮਸ ਵਾਲਿਆਂ ਨੂੰ ਵੀ ਰੱਖਿਆ, ਜਲੰਧਰ ਸਿਵਲ ਵਾਲਿਆਂ ਨੂੰ ਵੀ ਰੱਖਿਆ, ਜਲੰਧਰ ਕੋਈ ਨਹੀਂ ਰੱਖਦਾ ਸੀ। ਕਹਿੰਦੇ 3rd ਸਟੇਜ ਦਾ ਇਹ ਕਰੋਨਾ ਆ, ਅਸੀਂ ਨਹੀਂ ਰੱਖ ਸਕਦੇ, ਪੇਸ਼ੈਂਟ ਨੂੰ ਕੁਝ ਵੀ ਹੋ ਸਕਦਾ। ਤੁਸੀਂ ਕਹਿੰਦੇ ਕਿ ਅੰਮ੍ਰਿਤਸਰ ਲੈ ਕੇ ਜਾਓ, ਅੰਮ੍ਰਿਤਸਰ ਲੈ ਕੇ ਗਏ, ਉੱਥੇ ਜਾਂਦੇ ਨੂੰ ਅੱਧੇ ਘੰਟੇ ਬਾਅਦ ਡੈਥ ਹੋ ਗਈ। ਕੀ ਨਾਮ ਸੀ ਜਿਹਨਾਂ ਦੀ ਡੈਥ ਹੋਈ ਆ? ਮੋਹਨ ਲਾਲ ਜੀ। ਮੋਹਨ ਲਾਲ ਜੀ, ਸਨ ਆਫ ਜੀਆ ਲਾਲ 54। ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਨੂੰ ਕੀ ਰਿਪੋਰਟ ਨੈਗੇਟਿਵ ਆ? ਤੁਹਾਨੂੰ ਕੀ ਲੱਗਦਾ ਹੈ ਵੀ ਮਤਲਬ ਡੈਥ ਹੋਣ ਦਾ ਕਾਰਨ ਕੀ ਆਇਆ? ਡੈਥ ਹੋਣ ਕਾਰਨ ਇਹਨਾਂ ਦੀ ਲਾਪਰਵਾਹੀ ਹੈ। ਲਾਪਰਵਾਹੀ ਡਾਕਟਰ ਨੇ ਹੈ, ਲਾਪਰਵਾਹੀ ਇਹਨਾਂ ਨੇ ਕੰਮ ਨਹੀਂ ਚੱਜ ਨਾਲ ਕੀਤਾ, ਜਿਹਦੇ ਕਰਕੇ ਮੇਰੇ ਪਾਪਾ ਦੀ ਡੈਥ ਹੋਈ ਹੈ। ਕੀ ਅੰਮ੍ਰਿਤਸਰ ਉਹਨਾਂ ਨੇ ਟੈਸਟ ਲਿਆ ਸੀ ਕੋਈ? ਅੰਮ੍ਰਿਤਸਰ ਟੈਸਟ ਲਿਆ ਸੀ ਸਰ, ਮੇਰੇ ਸਾਹਮਣੇ ਲਿਆ ਸੀ ਤੇ ਉਹਨਾਂ ਨੇ ਮੇਰੇ ਸਾਹਮਣੇ ਉਹਨਾਂ ਨੈਗੇਟਿਵ ਦੀ ਰਿਪੋਰਟ ਦਿੱਤੀ ਹੈ, 10 ਸਰਟੀਫਿਕੇਟ ਬਣਾ ਕੇ ਦਿੱਤਾ। ਅੱਜ ਦੀ ਡੇਟ 'ਚ 24 ਤਰੀਕ ਦੀ 12:50 ਤੇ ਦੇਖ ਲਓ ਡੈਥ ਹੋਈ ਹੈ। ਅੱਛਾ, ਟਾਈਮ ਹੋਇਆ। ਮੈਂ ਤੁਹਾਡੇ ਕਹਿਣਾ ਵੀ ਜਿਹੜਾ ਫਗਵਾੜਾ ਸਿਵਲ ਹਸਪੀਟਲ ਹੈ, ਡਾਕਟਰਾਂ ਦੀ ਲਾਪਰਵਾਹੀ ਨੇ ਬਹੁਤ ਲਾਪਰਵਾਹੀ ਹੈ ਸਰ। ਡਾਕਟਰ ਰਾਊਂਡ ਤੇ ਨਹੀਂ ਆਉਂਦਾ, ਡਾਕਟਰ ਰਾਊਂਡ ਤੇ ਹੀ ਨਹੀਂ ਆਉਂਦੇ ਕਦੀ। ਅੱਛਾ, ਹਾਂਜੀ, ਡਾਕਟਰ ਰਾਉਂਡ ਤੇ ਨਹੀਂ ਆਉਂਦਾ? ਰਾਉਂਡ ਤੇ ਨਹੀਂ ਆਉਂਦੇ। ਇੱਕ ਅੱਧਾ ਡਾਕਟਰ ਸਵੇਰ ਤੋਂ ਲੈ ਕੇ ਇੱਕ ਰਾਉਂਡ ਮਾਰ ਜਾਂਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁੱਛਦੇ ਰਹਿੰਦੇ ਫੋਨ ਤੇ ਕਿ ਹਾਂ ਬਈ ਕਿੱਦਾਂ ਚੱਲ ਰਿਹਾ, ਕਿੱਦਾਂ ਨਹੀਂ ਚੱਲ ਰਿਹਾ। ਚਾਹੇ ਮਰੀਜ਼ ਨੂੰ ਰਾਤ ਨੂੰ ਸਾਹ ਚੱਕ ਕੇ ਮਰ ਜਾਵੇ, ਕੋਈ ਚੱਕਰ ਨਹੀਂ ਆਉਂਦਾ ਜੀ। ਕੀ ਸਟਾਫ ਤੋਂ ਛੁੱਟ, ਕੀ ਮੰਗ ਕਰਦੇ ਆ? ਮੰਗ ਇਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਦੀ ਧਾਂਦਲੀ ਇਹ ਦੂਰ ਕੀਤੀ ਜਾਵੇ। ਉੱਥੇ ਹੀ ਪੀੜਤ ਪਰਿਵਾਰ ਦੇ ਹੱਕ ਵਿੱਚ ਫਗਵਾੜਾ ਤੋਂ ਲੋਕ ਇਨਸਾਫ ਪਾਰਟੀ ਦੇ ਐਸਸੀ ਵਿੰਗ ਦੇ ਪ੍ਰਧਾਨ ਜਰਨੈਲ ਨੰਗਲ ਵੀ ਮੌਕੇ ਤੇ ਪਹੁੰਚੇ, ਜਿਨ੍ਹਾਂ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਡਾਕਟਰਾਂ ਨੇ ਇੱਕ ਸ਼ੱਕ ਦੇ ਆਧਾਰ ਤੇ ਮਰੀਜ਼ ਨੂੰ 2 ਦਿਨ ਤੱਕ ਕਰੋਨਾ ਵਾਰਡ ਵਿੱਚ ਰੱਖਿਆ, ਜਦਕਿ ਖੁਦ ਡਾਕਟਰਾਂ ਨੇ ਆਪਣੇ ਹੱਥੀਂ ਪਰਚੀ ਤੇ ਲਿਖਿਆ ਹੋਇਆ ਹੈ ਕਿ ਮਰੀਜ਼ ਨੂੰ ਕਰੋਨਾ ਹੈ, ਇਸ ਬਾਰੇ ਸਿਰਫ ਸ਼ੱਕ ਹੈ। ਇਹ ਡਾਕਟਰਾਂ ਦੀ ਇੱਕ ਵੱਡੀ ਲਾਪਰਵਾਹੀ ਹੈ, ਜਿਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਇੱਕ ਬੜੀ ਦੁਖਦਾਈ ਘਟਨਾ ਜਿਹੜੀ ਆ ਉਹ ਘਟੀ ਆ ਸਾਡੇ ਮੁਹੱਲਾ ਗੋਬਿੰਦਪੁਰਾ ਤੋਂ ਠੇਕੇਦਾਰ ਮੋਹਨ ਲਾਲ ਜੀ, ਜਿਹੜੇ ਸਾਬਕਾ ਮੈਂਬਰ ਪੰਚਾਇਤ ਵੀ ਸੀਗੇ, ਉਹਨਾਂ ਦੇ ਮਿਸਿਸ ਸਾਬਕਾ ਮੈਂਬਰ ਬਲਾਕ ਸੰਮਤੀ ਵੀ, ਔਰ ਉਹਨਾਂ ਨੂੰ ਬੁੱਧਵਾਰ ਇੱਥੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਗਿਆ। ਉਹਨਾਂ ਨੂੰ ਹਲਕਾ ਬੁਖਾਰ ਸੀ ਤੇ ਥੋੜੀ ਬਹੁਤ ਸਾਹ ਲੈਣ ਦੇ ਵਿੱਚ ਪ੍ਰੋਬਲਮ ਸੀਗੀ ਕਿ ਇਹਨਾਂ ਨੇ ਇੱਕ ਮੇਰੇ ਕੋਲ ਪਰਚੀ ਹੈ ਸਿਵਲ ਹਸਪੀਟਲ ਫਗਵਾੜਾ ਦੀ,
ਜਿਹੜਾ ਕਰੀਬ ਦੁਪਹਿਰੋਂ ਬਾਅਦ ਜਦੋਂ ਇਹ 2-3 ਵਜੇ ਦੇ ਕਰੀਬ ਪੇਸ਼ੈਂਟ ਨੂੰ ਲੈ ਕੇ ਆਏ ਆ, ਉਹਦੀ ਪਰਚੀ ਆ ਔਰ ਇਸ ਪਰਚੀ ਦੇ ਉੱਤੇ ਉਹਨਾਂ ਨੇ ਸਸਪੈਕਟਡ ਲਿਖਿਆ ਆ ਬਈ ਹੋ ਸਕਦਾ ਹੈ ਕੋਵਿਡ-19 ਸ਼ੱਕੀ ਪੇਸ਼ੈਂਟ ਹੈ। ਔਰ ਇਹਨਾਂ ਨੇ ਸ਼ੱਕੀ ਆਪਣੇ ਹੱਥਾਂ ਦੇ ਨਾਲ ਲਿਖਿਆ ਇਸ ਪਰਚੀ ਦੇ ਉੱਤੇ। ਔਰ ਸ਼ੱਕੀ ਪੇਸ਼ੈਂਟ ਨੂੰ ਬਿਨਾਂ ਕਿਸੇ ਟੈਸਟ ਤੋਂ, ਕੋਵਿਡ-19 ਦਾ ਟੈਸਟ ਨਹੀਂ ਕੀਤਾ, ਸਿਰਫ ਸ਼ੱਕੀ ਸਮਝ ਕੇ ਇਹਨਾਂ ਨੇ 2 ਦਿਨ ਤੱਕ ਕਰੋਨਾ ਵਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ। ਤੇ ਠੇਕੇਦਾਰ ਮੋਹਨ ਲਾਲ ਜੀ ਨੂੰ ਲੈ ਕੇ ਪਿੰਮਸ ਦੇ ਵਿੱਚ ਗਏ। ਪਿੰਮਸ ਨੇ ਜਦੋਂ ਦੇਖਿਆ ਵੀ ਕੋਵਿਡ ਦਾ ਪੇਸ਼ੈਂਟ ਆ, ਇਹਨਾਂ ਦੇ ਗਲਤ ਲਿਖਣ ਦੇ ਕਰਕੇ ਉਹਨਾਂ ਨੇ ਹੱਥ ਨਹੀਂ ਪਾਇਆ। ਸਿਵਲ ਹਸਪੀਟਲ ਦੇ ਵਿੱਚ ਗਏ, ਉਹਨਾਂ ਨੇ ਹੱਥ ਨਹੀਂ ਪਾਇਆ। ਇਹ ਧੱਕੇ ਖਾਂਦੇ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ, ਜਿਹੜੇ ਗੁਰੂ ਨਾਨਕ ਮੈਡੀਕਲ ਕਾਲਜ, ਉੱਥੇ ਗਏ ਔਰ ਉੱਥੇ ਅੱਧੇ ਘੰਟੇ ਬਾਅਦ ਉਹਨਾਂ ਦੀ ਮੌਤ ਹੋ ਗਈ। ਔਰ ਉਹਨਾਂ ਨੇ ਕੋਵਿਡ ਦਾ ਟੈਸਟ ਜ਼ਰੂਰ ਲਿਆ। ਔਰ ਆਹ ਜਿਹੜਾ ਕੋਵਿਡ ਦਾ ਟੈਸਟ ਆ, ਇਹ ਗੁਰੂ ਨਾਨਕ ਮੈਡੀਕਲ ਕਾਲਜ ਦੀ ਪਰਚੀ ਆ, ਜਿਹਦੇ ਉੱਤੇ ਉਹਨਾਂ ਨੇ ਕਰੋਨਾ ਪੋਜ਼ਿਟਿਵ ਨਹੀਂ ਲਿਖਿਆ, ਕਰੋਨਾ ਨੈਗੇਟਿਵ ਲਿਖਿਆ ਆ। ਤੋ ਇਹ ਇਹਨਾਂ ਦੀ ਜਿਹੜੀ ਸਿਵਲ ਹਸਪੀਟਲ ਦੀ ਬਹੁਤ ਬਲੰਡਰ ਮਿਸਟੇਕ ਆ, ਬਹੁਤ ਵੱਡੀ ਇੱਕ ਗਲਤੀ ਹੋਈ ਆ, ਜਿਹਦੇ ਨਾਲ ਇੱਕ ਕੀਮਤੀ ਜਾਨ ਜਿਹੜੀ ਆ ਚਲੀ ਗਈ ਆ। ਔਰ ਅਸੀਂ ਆ ਸਵੇਰੇ, ਅੱਜ ਤਾਂ ਹੁਣ ਟਾਈਮ ਨਿਕਲ ਗਿਆ, ਅੱਜ ਟਾਈਮ ਨਿਕਲਣ ਦੇ ਕਰਕੇ ਅਸੀਂ ਅੱਜ ਕੋਈ ਇਦਾਂ ਨੇ, ਅਸੀਂ ਸਵੇਰੇ ਇਸ ਪੂਰੇ ਮਾਮਲੇ ਦੀ ਜਿਹੜੀ ਪੂਰੀ ਪ੍ਰੋਪਰ ਜਿਹੜੀ ਆ ਉਹ ਕਾਰਵਾਈ ਦੀ ਮੰਗ ਕਰਾਂਗੇ, ਕਿਉਂਕਿ ਅਸੀਂ ਜਾਂਚ ਦੀ ਮੰਗ ਨਹੀਂ ਕਰਾਂਗੇ, ਕਿਉਂਕਿ ਇਹ ਜਾਂਚ ਦੇ ਨਾਮ ਦੇ ਉੱਤੇ ਠੰਡੇ ਵਾਸਤੇ ਦੇ ਵਿੱਚ ਪਾਉਣ ਵਾਲਾ ਕੰਮ ਜਿਹੜਾ ਆ ਉਹ ਸਾਨੂੰ ਮਨਜ਼ੂਰ ਨਹੀਂ ਹੋਏਗਾ। ਉਧਰ ਹਸਪਤਾਲ ਵਾਲਿਆਂ ਨੇ ਕਿਹਾ ਕਿ ਜੇਕਰ ਕਿਸੇ ਦੀ ਵੀ ਕੋਈ ਗਲਤੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਜਿਸ ਤਰ੍ਹਾਂ ਕਿ ਇਹ ਮੋਹਨ ਲਾਲ 54 ਮੇਲ ਸਨ ਆਫ ਜੀਆ ਲਾਲ ਤੇ ਵਾਸੀ ਮੁਹੱਲਾ ਗੋਬਿੰਦਪੁਰਾ ਦੇ ਰਹਿਣ ਵਾਲੇ, ਸਾਡੇ ਕੋਲ ਜੋ 31 ਮਾਰਚ 2021 ਨੂੰ ਦਾਖਲ ਹੋਏ 5:30 ਵਜੇ। ਤੇ ਉਹਦਾ ਅਸੀਂ ਇੱਥੇ ਇਲਾਜ ਜਿਸ ਤਰ੍ਹਾਂ ਕਿ ਦੱਸਿਆ, ਹਿਸਟਰੀ ਦੱਸੀ ਗਈ ਹੈ। ਕੋਈ ਰਿਸ਼ਤੇਦਾਰਾਂ ਨੇ ਪਹਿਲਾਂ ਉਹ ਸੈਕਰਡ ਹਾਰਟ ਹਸਪੀਟਲ ਗਏ, ਉੱਥੋਂ ਉਹਨਾਂ ਨੇ CT ਸਕੈਨ ਕਰਾਇਆ ਜਲੰਧਰ। ਫਿਰ ਉਸ ਤੋਂ ਬਾਅਦ ਉਹ ਮਤਲਬ ਗਾਂਧੀ ਹਸਪੀਟਲ ਚਲੇ ਗਏ, ਪ੍ਰਾਈਵੇਟ ਹਸਪੀਟਲ ਫਗਵਾੜਾ। ਫਿਰ ਉਹਨਾਂ ਨੇ ਸਾਡੇ ਕੋਲ ਇੱਥੇ ਭੇਜਿਆ। ਸਾਡੇ ਇਮੀਡੀਏਟਲੀ ਅਸੀਂ ਉਹਨੂੰ ਮਤਲਬ ਉਹਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਸਾਡੇ ਡਾਕਟਰ ਦਵਿੰਦਰਪਾਲ ਸਿੰਘ MD ਮੈਡੀਸਨ ਉਹ ਇਹ ਟ੍ਰੀਟਮੈਂਟ ਕਰਦੇ ਨੇ ਸਾਰਾ। ਤੇ ਉਸ ਤੋਂ ਬਾਅਦ ਉਹਨੂੰ ਪੇਸ਼ੈਂਟ ਨੂੰ ਅਸੀਂ ਮਤਲਬ ਸਸਪੈਕਟਡ ਸਮਝ ਕੇ, ਜੋ ਕਿ ਉਹਦੇ ਸਿੰਪਟਮ ਸੀ, ਆਪਣੇ ਚੈਸਟ ਵਿੱਚ ਫਾਈਂਡਿੰਗ ਹੁੰਦੀਆਂ, ਗਰਾਊਂਡ ਗਲਾਸ ਅਪੀਅਰੈਂਸ, ਤੇ ਬਾਕੀ ਡੀ-ਡਾਈਮਰ ਕਰਾਇਆ ਟੈਸਟ, ਇੱਕ ਮਹਿੰਗਾ ਟੈਸਟ ਸਾਰਾ ਟੈਸਟ, ਤੇ ਉਸ ਤੋਂ CRP ਸਾਰਾ ਜਿਹੜਾ ਕਿ ਇਲਾਜ ਫ੍ਰੀ ਸਿਵਲ ਹਸਪਤਾਲ ਫਗਵਾੜਾ ਲੈਵਲ 2 ਦੇ ਵਿੱਚ ਇਹਦਾ ਹੋਇਆ। ਉਹ ਜਦੋਂ ਜੇ ਉਹਦੀ ਕੰਡੀਸ਼ਨ ਜਿੱਦਾਂ ਅਸੀਂ ਦੇਖਦੇ ਹਾਂ, ਸੈਚੂਰੇਸ਼ਨ ਜਾਂ ਆਕਸੀਜਨ ਲੈਵਲ ਜਦੋਂ ਘਟਦਾ ਹੈ 15 ਲੀਟਰ ਪਰ ਮਿੰਟ ਦੇਣ ਦੇ ਬਾਵਜੂਦ ਵੀ, ਤੇ ਉਹਨੂੰ ਮਤਲਬ ਕਿ ਜਿੱਦਾਂ ਫਿਰ ਅਸੀਂ ਲੈਵਲ 1 ਅੰਮ੍ਰਿਤਸਰ ਮੈਡੀਕਲ ਰੈਫਰ ਕਰ ਦਿੰਦੇ ਹਾਂ। ਡਾਕਟਰ ਸਾਹਿਬ, ਉਹਨਾਂ ਦਾ ਰੋਪ ਇਹ ਆ ਵੀ ਉਹਨਾਂ ਦਾ ਟੈਸਟ ਨਹੀਂ ਹੋਇਆ ਤੇ ਫਿਰ ਵੀ ਉਹਨੂੰ ਕਰੋਨਾ ਵਾਰਡ 'ਚ ਭੇਜਿਆ ਗਿਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਅਸੀਂ ਜਿੱਦਾਂ ਸਾਡੇ ਇਹੀ ਪੁਆਇੰਟ ਹੈਗਾ, ਮਤਲਬ ਉਹਨਾਂ ਇਲਾਜ ਵੱਲੋਂ ਕਮੀ ਨਹੀਂ, ਵੀ ਉਹਦਾ ਇਲਾਜ ਵੱਲੋਂ ਤਾਂ ਨਹੀਂ ਕਹਿ ਰਹੇ। ਸਾਰਾ ਕੁਝ ਅਸੀਂ ਮਤਲਬ ਸਾਡੇ ਵੱਲੋਂ ਇਲਾਜ ਹੋਇਆ, ਆਂਦੇ ਮਰੀਜ਼ ਨੂੰ ਅਟੈਂਡ ਕੀਤਾ ਗਿਆ। ਜਿਹੜੀ ਸੈਂਪਲਿੰਗ ਹੋਈ ਹੈ, ਸੈਂਪਲਿੰਗ ਦੇ ਵਿੱਚ ਜਿਹੜਾ ਮਤਲਬ ਉਹਦੀ ਰਿਪੋਰਟ ਆਣੀ ਹੈ, ਉਹ ਅਸੀਂ ਕਨਫਰਮ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਸੈਂਪਲ ਲਿਆ ਨਹੀਂ ਸੀ। ਉਹ ਮੈਂ ਸਾਰਾ ਇਹੀ ਜਾਂਚ ਦਾ ਵਿਸ਼ਾ ਹੈਗਾ। ਮੈਂ ਜਲਦੀ ਜਾਂਚ ਆਏਗੀ ਡਾਕਟਰ ਸਾਹਿਬ, ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ। ਜ਼ਰੂਰ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ। ਫਿਲਹਾਲ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ, ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਤੰਤਰ ਮੰਤਰ ਦੇ ਸਮਰਾਟ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਸਟਾਂਪ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ। ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਤਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਉਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛੁਡਾਉਣਾ, ਲਾਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜਿਆਂ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ, ਕਰਕੇ ਵਿਖਾਉਂਦੇ ਹਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਕ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ। ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਤਾਂ ਫਿਰ ਦੇਰ ਕਿਉਂ? ਹੁਣੇ ਕਾਲ ਕਰੋ 98 154 60 154।